ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ, ਰੂਪ ਦਿਖਾਲਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰਿ ਨਾਹੂ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਏ ਭਾਏ ਵੇ ਗੁੱਜੀਐ, ਗਲ ਪਈ ਸਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛੋਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰਿ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰਿ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੱਜ ਦਾ ਮਹਾਨ ਦਿਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਿੰਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਔਰ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਬਾਣੀ 12 ਮਾਹ ਅਨੁਸਾਰ ਅੱਜ ਦਾ ਮਹੀਨਾ ਹਾੜ ਦਾ ਮਹੀਨਾ, ਜਿਹਨੂੰ ਗੁਰਬਾਣੀ ਦੇ ਵਿੱਚ ਆਸਾੜ ਨਾਮ ਦੇ ਨਾਲ ਜਾਣਿਆ ਗਿਆ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਰੂਪ ਵਿੱਚ ਝੋਲੀ ਵਿੱਚ ਪਾਇਆ ਹੈ। ਸਤਿਗੁਰੂ ਕਿਰਪਾ ਕਰੇ ਅੱਜ ਦੇ ਇਸ ਮਹਾਨ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਤਿ ਦੇ ਵਿਚਾਰਾਂ ਦੀ ਆਰੰਭਤਾ ਕਰਨੀ ਹੈ। ਆਪ ਰਹਿਮਤ ਕਰਕੇ ਸਤਿਗੁਰੂ ਜੀ ਆਪਣੇ ਇਤਿਹਾਸ ਦੀ ਗੁਰਬਾਣੀ ਦੀ ਵਿਚਾਰ ਕਰਾ ਲੈਣ। ਸਾਰੀ ਸੰਗਤ ਦੇਹੋ ਅਸੀਸ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ 12 ਮਹਾਮਾਜ ਬਾਣੀ, ਜਿਹਦੇ ਕੁੱਲ 14 ਪਦੇ ਨੇ।
ਇਹਨਾਂ ਵਿੱਚੋਂ 12 ਪਦੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 12 ਮਹੀਨਿਆਂ ਨੂੰ ਤਰਤੀਬ ਅਨੁਸਾਰ ਉਚਾਰਨ ਕਰਕੇ ਤੇ ਸਾਡੇ ਅੰਦਰਲੇ ਭਾਵਾਂ ਨੂੰ, ਭਾਵ ਸਾਡੇ ਮਨ ਨੂੰ ਉਸ ਨਿਰੰਕਾਰ ਨਾਲ ਜੁੜਨ ਦੀ ਤਾਕੀਦ ਕੀਤੀ ਹੈ। ਔਰ ਹਰ ਮਹੀਨੇ ਸਤਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾਈ ਹੈ ਕਿ ਭਲਿਆ ਨਵਾਂ ਮਹੀਨਾ ਆਰੰਭ ਹੋ ਗਿਆ। ਨਾਲ ਇਹ ਵੀ ਸੰਕੇਤ ਕੀਤਾ ਕਿ ਭਲਿਆ ਕੇਵਲ ਮਹੀਨੇ ਤੇ ਨਾ ਰਹੀ, ਦਿਨ ਤੇ ਘੜੀ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਝੈ, ਕਾਲ ਇਹੇਰੀ ਫਿਰੇ ਬਦਕ ਜਿਉ। ਤੇਰੇ ਸਿਰ ਉੱਤੇ ਕਾਲ ਭਾਵ ਮੌਤ ਆ ਰਹੀ ਹੈ। ਹਰ ਦਿਨ ਹਰ ਰਹਿਣ ਤੇਰੇ ਇਸ ਸਵਾਸਾਂ ਦੀ ਪੂੰਜੀ ਘਟ ਰਹੀ ਹੈ। ਤੇ ਇਹਨਾਂ ਮਹੀਨਿਆਂ ਰਾਹੀਂ ਸਮਝ ਲੈ ਗੁਰਸਿੱਖਾ, ਇਸ ਧਰਤੀ ਤੇ ਆ ਕੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਹੜਾ ਮਨੁੱਖ ਨਾਮ ਦੇ ਨਾਲ ਆਪਣੇ ਲਿਵ ਜੋੜਦਾ ਹੈ, ਉਹਨਾਂ ਦੇ ਸਾਰੇ ਕਾਰਜ ਉਹ ਸਤਿਗੁਰੂ ਆਪ ਸਵਾਰਦਾ ਹੈ। ਅੱਜ ਦਾ ਇਹ ਮਹੀਨਾ, ਚੌਥਾ ਮਹੀਨਾ ਜੋ ਆਰੰਭ ਹੋਇਆ ਹੈ, ਦੇਸੀ ਮਹੀਨੇ ਵੀ ਕਿਹਾ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਸਾ ਬੰਦਾ ਤਿਸ ਲੱਗੈ ਹਰ ਨਾਮ। ਸੰਖੇਪ ਰੂਪ ਵਿੱਚ ਮੈਂ ਅਰਥ ਕਰਨੇ ਨੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। 6ਵੇਂ ਪਾਤਸ਼ਾਹ ਜੀ ਦਾ ਜੀਵਨ ਵੀ ਅਸੀਂ ਵਿਚਾਰਨਾ ਹੈ। ਇਹ ਅਸਾੜ ਹਾੜ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਇਸ ਮਹੀਨੇ ਦੇ ਵਿੱਚ ਉਹ ਮਨੁੱਖ ਨੂੰ ਗਰਮੀ ਲੱਗਦੀ ਹੈ, ਭਾਵ ਉਹਦਾ ਤਨ ਤੇ ਮਨ ਤਪਦਾ ਹੈ, ਜਿਹਦੇ ਹਿਰਦੇ ਵਿੱਚ ਨਾਮ ਨਹੀਂ। ਅਸਾੜ ਤਪੰਦਾ ਤਿਸ ਲੱਗੈ ਹਰ ਨਾਮ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ, ਉਹਨਾਂ ਦਾ ਹਿਰਦਾ ਪੰਜਾਂ ਵਿਕਾਰਾਂ ਦੇ ਅੱਗ ਦੇ ਕਾਰਨ ਸੜਦਾ ਹੈ। ਸਿੱਧੇ ਸਿੱਧੇ ਅਰਥ ਨੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ। ਉਹ ਵਿਕਾਰਾਂ ਦੀ ਅੱਗ ਦੇ ਵਿੱਚ, ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਹਨੂੰ ਜਕੜ ਕੇ ਰੱਖਦਾ। ਸਾਰੀ ਜ਼ਿੰਦਗੀ ਅਹੰਕਾਰ ਵਸ, ਕਾਮ ਵਾਸ਼ਨਾਵਾਂ ਦੇ ਵਸ ਮਨੁੱਖ ਆਪਣੀ ਜ਼ਿੰਦਗੀ ਲੋਭ ਤੇ ਲਾਲਚ ਵਿੱਚ ਬਤੀਤ ਕਰ ਦਿੰਦਾ। ਇਹ ਅੱਗ ਉਹਨੂੰ ਸਾੜਦੀ ਹੈ। ਪਰ ਜਿਹਦੇ ਹਿਰਦੇ ਵਿੱਚ ਨਾਮ ਹੈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਇਹ ਅੱਗ ਪਹੁੰਚਦੀ ਨਹੀਂ, ਉਹਨਾਂ ਨੂੰ ਇਹ ਅੱਗ ਸਾੜਦੀ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਅੱਗ ਜਿਹੜੀ ਹੈ, ਹਰ ਨਾਉ ਨਾ ਜਿਨ੍ਹਾਂ ਪਾਸ, ਉਹਨਾਂ ਵਾਸਤੇ ਅਸਾੜ ਤਪੰਦਾ ਇਹ ਮਹੀਨਾ ਤਪਦਾ ਹੈ। ਕਿਉਂ ਤਪਦਾ ਹੈ? ਜਗ ਜੀਵਨ ਪੁਰਖ ਤਿਆਗ ਕੈ। ਕੀ ਹੋਇਆ ਜੀ? ਜਿਹਨੇ ਜਗਤ ਦੇ ਵਿੱਚ ਜੀਵਨ ਦਿੱਤਾ, ਜਗ ਜੀਵਨ, ਇਸ ਜਗਤ ਦੇ ਵਿੱਚ ਸਾਨੂੰ ਜੀਵਨ ਦੇਣ ਵਾਲਾ ਕੌਣ ਹੈ? ਪ੍ਰਮਾਤਮਾ। ਤੇ ਸਤਿਗੁਰੂ ਕਹਿੰਦੇ ਪੁਰਖ ਤਿਆਗ ਕੇ, ਉਹ ਜਿਹਨੇ ਜੀਵਨ ਦਿੱਤਾ ਹੈ, ਅਕਾਲ ਪੁਰਖ ਨੇ, ਉਹਨੂੰ ਅਸੀਂ ਤਿਆਗ ਦਿੱਤਾ। ਤੇ ਆਸ ਕਿਤੇ ਰੱਖੀ? ਮਾਨਸ ਸੰਧੀ ਆਸ। ਮਾਨਸ ਉੱਤੇ, ਮਨੁੱਖ ਉੱਤੇ ਆਸ ਰੱਖ ਲਈ। ਮੇਰਾ ਮਾਂ ਪਿਓ ਕਮਾ ਕੇ ਦੇ ਰਿਹਾ, ਮੇਰੇ ਧੀਆਂ ਪੁੱਤਰ ਕਮਾ ਕੇ ਦੇ ਰਹੇ ਨੇ, ਇਹ ਆਸ ਹੈ ਨਾ ਇੱਕ। ਤੇ ਸਤਿਗੁਰੂ ਕਹਿੰਦੇ ਆਸ ਤੇ ਕੇਵਲ ਉਸ ਨਿਰੰਕਾਰ ਤੇ ਰੱਖ, ਜਿਹੜਾ ਸਾਰਿਆਂ ਨੂੰ ਦੇ ਰਿਹਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿਹੜਾ ਲਗਾਤਾਰ ਸਾਡੇ ਵੱਡਿਆਂ ਵਡੇਰਿਆਂ ਤੋਂ ਦਿੰਦਾ ਆ ਰਿਹਾ। ਜਪਜੀ ਸਾਹਿਬ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁਕਾਰ ਪੁਕਾਰ ਕੇ ਆਖਦੇ ਨੇ, ਦਿੰਦਾ ਦੇ ਲੈਂਦੇ ਥੱਕ ਪਾਈ, ਜੁਗਾਂ ਜੁਗੰਤਰ ਖਾਈ ਖਾਈ। ਇੱਕ ਨਹੀਂ ਕਈ ਯੁੱਗ ਹੋ ਗਏ ਨੇ, ਇਹ ਭਰਮ ਨਾ ਭਾਲ। ਪਰ ਹੋਇਆ ਕਿ ਇਸ ਧਰਤੀ ਤੇ ਆ ਕੇ ਭਾਈ ਗੁਰਦਾਸ ਜੀ ਕਹਿੰਦੇ, ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ। ਆਏ ਇਸ ਧਰਤੀ ਦੇ ਉੱਤੇ, ਉਹਦੀ ਪੈਦਾ ਕੀਤੀ ਹੋਈ ਮਾਇਆ, ਉਹਦੇ ਵਿੱਚ ਅਸੀਂ ਆਪਣੇ ਮਨ ਨੂੰ ਖਚਿਤ ਕਰ ਲਿਆ। ਤੇ ਸਤਿਗੁਰੂ ਕਹਿੰਦੇ ਫਿਰ ਇਸ ਧਰਤੀ ਉੱਤੇ ਅਸਾੜ ਤਪੰਦਾ। ਹਰ ਇੱਕ ਪੰਕਤੀ ਨੂੰ ਧਿਆਨ ਦੇ ਨਾਲ ਸੁਣਿਓ। ਅਸਾੜ ਤਪੰਦਾ ਤਿਸ ਲੱਗੇ, ਤੇ ਹਰ ਪੰਕਤੀ ਦੇ ਨਾਲ ਇਹ ਢੁਕਦਾ ਇਹ ਸ਼ਬਦ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਨਾਲ ਹੀ ਸਤਿਗੁਰੂ ਜੀ ਨੇ ਅੱਗੇ ਬਖਸ਼ਿਸ਼ ਕੀਤੀ, ਦੋਏ ਭਾਏ ਵੇ ਗੁੱਚੀ ਹੈ, ਗੱਲ ਪਈ ਜਮ ਕੀ ਫਾਸ। ਦੋਏ ਭਾਏ, ਜਦੋਂ ਮਨੁੱਖ ਦੇ ਅੰਦਰ ਕੇਵਲ ਇੱਕ ਤੇ ਵਿਸ਼ਵਾਸ ਨਹੀਂ ਰਹਿੰਦਾ, ਦੂਜੇ ਦੀ ਤਾਂਘ ਅੱਜ ਦੀ, ਦੋਏ ਭਾਵ ਦੂਸਰਾ ਮਨੁੱਖ, ਸੈਕਿੰਡ ਪਰਸਨ,
परमात्मा तो इलावा मनुख किसी होर ते आसरा तक लवे। ते सतगुरु कहते जदों मनुख गुरु तो परमात्मा तो छुट किसी होर दे उत्ते अपना आसरा तकदा है, गल पई इस गल दे विच की पैंदा है, जम की फास जम दी फाही पै जाती है। मनुख फिर मौत तो डरदा, ये मौत आ जानी, मैं मर जाना, पता नहीं कदों मौत ने आ घेरा पाउणा। सतगुरु जी अगे बख्शिश करते हैं, जिहा बीजै सो लुणै मत्थै जो लिखियास। ते भलिओ जो तुसी बीज रहे जे ना उही प्रगट होना। जमीन दे विच बीजिया अनाज ते अनाज प्राप्त होवेगा। जे किकरां दे तकले बीज दिते उस विचों केवल किकरां ही उगणगीਆਂ ते किकरां कंडे देणगीਆਂ, किकरां दे विचों कदे अनाज प्राप्त नहीं होवेगा। भाव जे विकार कमाए ने कुसंगत विच बैठ के ते फिर विकार ही जकड़ के रखणगे। जे हरि दा नाम सतनाम श्री वाहिगुरू जपिया ते फिर केवल उस हरि दा नाम ही अंदर प्रगट होवेगा, फिर उहदा नाम ही अंदर चलेगा। सतगुरु जी बख्शिश करते हैं, जिहा बीजे जो बीजेगा सो लुणे उही प्रगट होवेगा। मत्थै जो लिखियास, जो तेरे मत्थे उत्ते लेख लिखिया गया उही प्रगट होना इस धरती के उत्ते। रैन विहाणी पछोताणी उठ चली गई निराश, ये जिंदगी की रात मुक जानी है। रैन विहाणी ये निकलती जा रही है। दिन ते पहर, पहर ते घड़ियां आव घटै तन सिझै, ये निकलती जानी है। एक एक करके एक एक पल जिहड़ा वो निकलता जा रहा। सतगुरु कहते रैन विहाणी, उस तो बाद की रहेगा पछोताणी, पछतावा रह जाना, ये रात निकल गई। आम असी अपनी जिंदगी दे विच जदों जीवन जिउंदे हाँ, जिहड़ा रब दी बंदगी वाला ना, जे रात नूं सौं जावे, सारी रात जदों उहदा सौण दा समां है, रात नूं सोहला साहब ना पढ़े ते सवेरे उठदिआं पछतावा हुंदा कि भलिआ रात नूं पढ़ ही लैंदा। सवेरे उठ के जे नितनेम नहीं हुंदा फिर पछतावा। भाव यह है कि साडे अंदर केवल पछतावा रह जाता कि ये समा लंघ गया। पर सतगुरु कहते जे ये निकल भी गया ना कोई गल नहीं, जे पिछला समा निकल गया तो उन्होंने निकल जा लैण दे, हुण अगले नूं संभाल लै, अगला समा ना निकल जे। भाई वीर सिंह जी कहते जिहड़ा समा निकल गया ना उहदी चिंता ना कर, जिहड़ा समा आ रहा तेरे कोल है उन्होंने सांभ लै ते सतगुरु भली करेगा, तेरे हिरदे विच नाम वस जाएगा। रैन विहाणी पछोताणी उठ चली, जदों ये इत्थे मौत की गल की, आम नींद की गल नहीं की। मनुख के सवास मुक गए, जदों इसकी मृत्यु हुई, मौत हुई, फिर ये जागी। क्यों जागी? क्योंकि इन्हें हुण उस दे दर ते जाना ते निराशी होकर चली गई। हुण निराशा मन दे विच कि नाम जप लेंदी, हुण परमात्मा की उस दरगाह विच जाके जिथे मुख उजला करना सी उत्थे हुण जाके जमा की फाई गल विच पैणी है। इस करके सतगुरु जी बख्शिश करते हैं कि फिर वो निराशा लैके इस संसार तो चली जाती है। जिन को साधु भेटी है सोदर गए हुए खलास। मैं कई बार बेनती की, निराशावादी कदे नहीं होना। सतगुरु ने साडे मन के अंदर निराशा है तो असी कदे भी सफल नहीं हो सकते। सतगुरु ने सानू आस दी है। गुरु आप बांह पकड़ गुर काढ़िया, गुरु आप बांह फाड़ के सानू कढ़दा। सतगुरु कहते जिहड़ा मनुख ते इस नींद दे विचों जाग पिया, जिन्हें ते ये समझ लिया जाग सलूनड़िए गावै गुरबाणी राम, जिहड़ा ते परमात्मा के नाम की वाहिगुरू के सिमरन की उहदी बंदगी की जिहड़ी बंदगी है सतगुरु जी साडी झोली दे विच दात पा के गए हैं ना, वो फिर उहदे विच उहदा मन लग जाता है, जिहड़ी जाग जाती है। ये सतगुरु जी बख्शिश करते हैं। जागी हुई फिर की करती है? साधु भेटी है, गुरु रूप साधु
ਜਾਂ ਉਹ ਮਨੁੱਖ ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਰਮਿਆ ਹੋਇਆ ਹੈ ਤੇ ਉਹ ਕੇਵਲ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ, ਉਹਦੀ ਸੰਗਤ ਵਿੱਚ ਬੈਠ ਕੇ ਉਹ ਫਿਰ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਹੈ। ਦਰਗੇ ਹੋਏ ਖਲਾਸ ਫਿਰ ਉਹਦੀ ਬੰਦ ਖਲਾਸੀ ਹੁੰਦੀ ਉਹਦੀ ਦਰਗਾਹ ਦੇ ਵਿੱਚ ਜਾ ਕੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਰੈਣ ਵਿਹਾਣੀ ਮਾਫ ਕਰਨਾ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਸਤਿਗੁਰੂ ਕਿਰਪਾ ਕਰੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਣਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬਿਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੁਜੰਤੀਆ। ਮੈਂ ਖੋਜਦੀ ਪਈ ਹਾਂ, ਮੇਰੇ ਮਨ ਦੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਹੈ। ਕਰ ਕਿਰਪਾ ਪ੍ਰਭ ਆਪਣੀ, ਆਪਣੀ ਕਿਰਪਾ ਕਰੋ। ਤੇਰੇ ਦਰਸ਼ਨਾਂ ਦੀ ਹੋਏ ਪਿਆਸ, ਮੇਰੇ ਮਨ ਅੰਦਰ ਪਿਆਸ ਲੱਗੀ ਹੋਈ ਹੈ, ਮੇਰਾ ਮਨ ਪਿਆਸਾ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਤੇਰੇ ਤੋਂ ਬਗੈਰ ਮੇਰਾ ਕੋਈ ਹੋਰ ਸਹਾਰਾ ਹੀ ਨਹੀਂ, ਇਸ ਧਰਤੀ ਤੇ ਹੋਰ ਕੋਈ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਦੂਜਾ ਕੋਈ ਨਹੀਂ। ਦੋਏ ਭਾਏ, ਜਿਹੜਾ ਮੇਰੇ ਮਨ ਅੰਦਰ ਦੂਜਾ ਭਾਵ ਚੱਲਦਾ ਸੀ ਨਾ, ਆਰੰਭ ਦੇ ਵਿੱਚ ਦੋਏ ਭਾਏ ਵੀ ਗੁੱਜੀ ਹੈ। ਸਤਿਗੁਰੂ ਕਹਿੰਦੇ ਇਸ ਧਰਤੀ ਦੇ ਉੱਤੇ ਦੂਜਾ ਹੋਰ ਕੋਈ ਨਹੀਂ। ਹੇ ਸਤਿਗੁਰੂ, ਨਾਨਕ ਕੀ ਅਰਦਾਸ, ਮੈਂ ਤੇਰੇ ਅੱਗੇ ਅਰਦਾਸ ਕਰਦੀ ਹਾਂ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਮੈਂ ਅਰਦਾਸ ਕਰਦੀ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਮੇਰੇ ਮਨ ਦੇ ਅੰਦਰ ਪਿਆਸ ਹੈ, ਮੇਰੇ ਅੰਦਰ ਆਪਣੇ ਨਾਮ ਦੇ ਚਰਨ ਵਸਾ ਦੇ। ਅਸਾੜ ਸੁਹੰਦਾ ਤਿਸ ਲੱਗੇ, ਕਿਉਂਕਿ ਇਹ ਅਸਾੜ ਦਾ ਮਹੀਨਾ, ਤਪਦਾ ਹੋਇਆ ਮਹੀਨਾ ਉਹਦੇ ਵਾਸਤੇ ਸੋਹਣਾ ਹੈ, ਉਹਦੇ ਵਾਸਤੇ ਇਹ ਸੁੱਖਾਂ ਭਰਿਆ ਹੈ। ਜਿਹਦੇ ਮਨ ਦੇ ਅੰਦਰ, ਮਨ ਨੂੰ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਹਰ ਚਰਨ ਨਿਵਾਸ, ਪ੍ਰਮਾਤਮਾ ਦੇ ਹਰੀ ਦੇ ਜਿਹੜੇ ਚਰਨ ਨੇ, ਪ੍ਰਮਾਤਮਾ ਦਾ ਜੋ ਨਾਮ ਹੈ ਉਹਦਾ ਨਿਵਾਸ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ ਸਾਡੇ ਹਿਰਦੇ ਵਿੱਚ ਵੀ ਪ੍ਰਮਾਤਮਾ ਦਾ ਨਾਮ ਵਸ ਜਾਵੇ। ਅੱਜ ਦਾ ਇਹ ਪਾਵਨ ਬਚਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਉੱਪਰ ਸੁਭਾਇਮਾਨ ਹੈ। ਇਸ ਬਾਣੀ ਦੀ ਆਰੰਭਤਾ 133 ਅੰਗ ਤੋਂ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਇਹ ਨਾਮ ਵਸ ਜਾਵੇ। ਅੱਜ ਦਾ ਇਤਿਹਾਸਕ ਦਿਹਾੜਾ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਕੀਤਾ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ, ਦਿਖਾਲਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਢ ਜੋਦਾ ਬਹੁ ਪਰਉਪਕਾਰੀ। ਵੇਖੋ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਾਬਤ ਦਲ ਭੰਜਨ ਗੁਰ ਸੂਰਮਾ, ਵੱਢ ਜੋਧਾ ਬਹੁ ਪਰਉਪਕਾਰੀ, 4 ਬਚਨ ਕੀਤੇ ਨੇ ਭਾਈ ਗੁਰਦਾਸ ਜੀ ਨੇ। ਇੱਕ ਤੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਮੈਦਾਨੇ ਜੰਗ ਨੂੰ ਜਿੱਤਣ ਵਾਲਾ, ਜਿਹੜੇ ਵਿਰੋਧੀ ਨੇ ਉਹਨਾਂ ਨੂੰ ਹਰਾਉਣ ਵਾਲਾ। ਦੂਸਰਾ ਹੈ ਸੂਰਮਾ, ਤੀਸਰਾ ਹੈ ਯੋਧਾ ਤੇ ਚੌਥਾ ਹੈ ਪਰਉਪਕਾਰੀ। ਪਰਉਪਕਾਰੀ ਵੀ ਬੜੇ ਕੀਤੇ, ਕੇਵਲ ਇਹ ਨਹੀਂ। ਅੱਜ ਦੇ ਇਤਿਹਾਸ ਦੌਰਾਨ ਜਦੋਂ ਅਸੀਂ ਕੁਝ ਪੜ੍ਹਦੇ ਹਾਂ ਤੇ ਸਾਡੇ ਕੁਝ ਵਿਦਵਾਨ ਹੀ ਕਹਿ ਦਿੰਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੀ ਗੱਦੀ ਨੂੰ ਕੁਰਾਹੇ ਪਾ ਦਿੱਤਾ। ਇਹ ਕੁਝ ਉਹਨਾਂ ਦੇ ਸ਼ਬਦ ਨੇ। ਕਿਉਂ? ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਮਾਰਗ ਚਲਾਇਆ ਸੀ, ਉਹਦੇ ਵਿੱਚ ਕਿਤੇ ਸ਼ਸਤਰ ਦੀ ਗੱਲ ਨਹੀਂ ਸੀ। ਤੇ ਆ ਪਿਛਲੇ ਦਿਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸ਼ਸਤਰਾਂ ਦੀ ਗੱਲ ਕੀਤੀ ਤੇ ਸੰਸਾਰ ਦੇ ਉੱਤੇ ਜਿਹੜਾ ਰੌਲਾ ਪੈ ਗਿਆ ਕਿ ਸਿੱਖ ਸ਼ਸਤਰ, ਸਾਡਾ ਸ਼ਸਤਰਾਂ ਦੇ ਨਾਲ ਪਿਆਰ ਹੈ, ਮੁਹੱਬਤ ਹੈ। ਸਤਿਗੁਰੂ ਨੇ ਜਿੱਥੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਜਿੱਥੇ ਸੰਤ ਉੱਥੇ ਸਿਪਾਹੀ ਦੇ ਸਾਡੇ ਅੰਦਰ ਗੁਣ ਭਰੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿੱਥੇ ਉਹਨਾਂ ਨੇ ਹੱਥ ਵਿੱਚ ਕਿਰਪਾਨ ਪਕੜੀ ਹੈ, ਜਿੱਥੇ ਉਹਨਾਂ ਨੇ ਸਿਪਾਹੀ ਦਾ ਗੁਣ ਇਖਤਿਆਰ ਕੀਤਾ, ਉੱਥੇ ਸੰਤ
पर उपकारी भी बहुत वड्डे ने। धन गुरु हरगोबिंद पातशाह जी का प्रकाश 1595 ईस्वी नूं गुरु की वडाली ਅੰਮ੍ਰਿਤਸਰ ਦੇ ਕੋਲ ਧੰਨ गुरु अर्जन साहब सच्चे पातशाह जी के घर माता गंगा जी की कुख विचों होया। ध्यान दिया जी, इत्थे असीं साखी सरवण करते हैं तो साडे मनां अंदर कई विचारवान विद्वानां ने, कई जिहड़े साडे विच विश्वास सी उहनूं तोड़ना चाहिया, पर गुरु के प्यार वालिओ धन गुरु अर्जन साहब सच्चे पातशाह जी ने जो वडियाई बाबा बुढ़ा साहब जी नूं दित्ती है ना, संसार के उत्ते कोई भी धर्म का, किसी भी धर्म का पैरोकार अपने सेवक नूं ऐसी वडियाई नहीं दे सकता। सतगुरु जी ने जदों माता गंगा जी ने बेनती की कि पातशाह साडे घरे संतान नहीं, घर दे विच कोई घाटा नहीं, दूरों संतान रहमत करो, साडी झोली विच दात पाओ। ते सतगुरु ने एक वचन कीता सी कि भलीए पुरखे इस जगत विच है एक पुरुष जिहदे कोल जाएगी तो वह तेरी झोली कदे खाली नहीं मोड़ेगा। ये इतिहासक घटना है। माता गंगा जी जदों पता चलिया बाबा बुढ़ा साहब जी बारे, तो बाबा बुढ़ा साहब जी बीड़ साहब जिथे असीं हुण दर्शन करन जाते हैं, बीड़ का भाव है जंगली इलाका, चरांद जिन्हों कह लीए जिथे पशु चरते सन। बाबा बुढ़ा जी उत्थे सेवा करते सन गुरु घर के पशुओं की। माता गंगा जी अपने रथ उत्ते असवार होकर घर दे विचों चंगा प्रशादा तैयार किया ते लैके गए। बाबा बुढ़ा जी ने आउंदियां देखिया ते नाल बैठे सेवकां नूं सिखां नूं आख्या कि गुरु घर विच किहड़ियां भाजड़ां पै गईयां, ध्यान दे नाल सुणिओ, कुछ असीं झोली विच पवा के लैके जाना। गुरु अर्जन साहब सच्चे पातशाह जी के महल माता गंगा जी जा रहे ने ते बाबा बुढ़ा जी कहते ने गुरु घर दे विच भाजड़ां की पै गईयां। माता जी पहुँचते ने, प्रशादा छकाउंदे ने। बाबा बुढ़ा जी ऐन प्रशादा छक के करते ते माता जी निराश हो के जिहड़े ने वापस आ जाते हैं। गुरु अर्जन साहब जी नूं सारी घटना सुणाउंदे ने ते गुरु अर्जन साहब सच्चे पातशाह जी ने एक गल कही सी, ये घर है निमरता का, इत्थे मन पवित्र करके जाना पैंदा। सतगुरु सदा ही दयाल है, परमात्मा सदा ही दयाल है ते भगत उदों रिझदा जदों उन्होंने रझाउण की कोशिश की जाए, फिर नहीं जदों असीं केवल उहदी खुशी वास्ते कुछ लैके जाते हैं। गुरु आग्या लैके ते माता गंगा जी ने मिस्से प्रसादे जिहड़े अज असीं लैके आए हैं, मिस्से प्रसादे तैयार किए जिन्हों सादा भोजन कह लीए, क्योंकि गुरु के सिख नूं आ तकीद है अल्प आहार सुलभ सी निंद्रा, थोड़ा खाना ते थोड़ा सौना। माता गंगा जी ने बड़े प्यार के नाल मिस्से प्रशादे पकाए, अचार ते गंढा नाल रिहा, लस्सी का मटका, ये सारा कुछ तैयार करके जिहड़े पंजाब के रहने वाले होणगे, जिन्हां ने देखिया होवेगा पुराने समय भत्ता लैके भाव खेतां दे विच रोटी लैके जाना, सवाणियां ने सिर उत्ते गागर, गागर दे उत्ते प्रशादे बन के सब्जी भाजी बन के रखी हुंदी सी, सिर उत्ते चुक के लैके जाना। हुण माता गंगा जी चले ने ते पैरां विच जोड़ा नहीं, नंगे पैरे तुरे ने वडाली तो ते पहुंचे ने बीड़ बाबा बुढ़ा साहब। जदों जाके बाबा बुढ़ा साहब जी के कोल पहुंचे ने ते बाबा बुढ़ा साहब जी खड़े होके सत्कार वजों आखदे ने, माँ अज तो भुख ही बड़ी लगी सी, मैं बड़े चिर तो उडीकदा पिया सी। माता गंगा जी ने बड़े प्यार दे नाल जिस तरह एक पुत्र नूं प्रशादा छकाईदा ना, उस तरीके दे नाल प्रशादा रखिया, अचार रखिया ते हाथ विच गंढा पकड़ाया
ਜਦੋਂ ਬਾਬਾ ਬੁੱਢਾ ਸਾਹਿਬ ਜੀ ਉਸ ਗੰਢੇ ਨੂੰ ਤੋੜਨ ਲੱਗੇ ਨੇ, ਹੱਥ ਦੇ ਨਾਲ ਜ਼ੋਰ ਦੇ ਨਾਲ ਉਹਨੂੰ ਪਟਕਿਆ ਤੇ ਗੰਢੇ ਵਿੱਚੋਂ ਇੱਕ ਛੋਟਾ ਜਿਹਾ ਪੀਸ ਨਿਕਲ ਕੇ ਬਾਹਰ ਡਿੱਗਿਆ। ਤੇ ਉਸ ਵੇਲੇ ਧੰਨ ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਦੀਆਂ ਜਾਣਨ ਵਾਲੇ ਆਖਣ ਲੱਗੇ ਨੇ, ਮਾਂ ਤੇਰੇ ਘਰ ਦੇ ਵਿੱਚ ਐਸਾ ਯੋਧਾ ਪੈਦਾ ਹੋਵੇਗਾ, ਐਸਾ ਮਹਾਬਲੀ ਪੈਦਾ ਹੋਵੇਗਾ ਜਿਹੜਾ ਹਕੂਮਤ ਦੇ ਅਤਿਆਚਾਰਾਂ ਦੀਆਂ ਜੜ੍ਹਾਂ ਉਖੇੜ ਦੇਵੇਗਾ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ, ਅਸੀਸ ਲੈ ਕੇ ਮੈਂ ਇੱਥੇ ਬੇਨਤੀ ਕਰਕੇ ਜਾਵਾਂਗਾ, ਸਾਡੇ ਮਨਾਂ ਅੰਦਰ ਕਿਤੇ ਭਰਮ ਨਾ ਲੈ ਜਾਵੇ। ਕੇਵਲ ਗੁਰੂ ਜੋਤ ਉੱਤੇ ਬਾਬਾ ਬੁੱਢਾ ਸਾਹਿਬ ਜੀ ਨਹੀਂ ਬੈਠੇ, ਪਰ ਜੋ ਅੰਦਰ ਦੀ ਟਿਕਾਊ ਸੀ, ਜੋ ਮਨ ਦੀ ਅਵਸਥਾ ਸੀ, ਉਹ ਗੁਰੂ ਦੇ ਨਾਲ ਇੱਕ ਮਿਕ ਸੀ। ਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਆਸ਼ੀਰਵਾਦ ਦਿੱਤੀ ਹੈ, ਬਚਨ ਕੀਤਾ ਹੈ। ਕੁਝ ਸਮੇਂ ਬਾਅਦ ਕੁੱਖ ਹਰੀ ਹੋਈ ਹੈ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਦਿੱਤਾ, ਉੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਇੰਨੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਜਿਸ ਦਿਨ ਅੰਤਮ ਸਮਾਂ ਹੁੰਦਾ ਨਾ, ਬਾਬਾ ਬੁੱਢਾ ਸਾਹਿਬ ਜੀ ਆਪਣੇ ਅੰਤਮ ਸਮੇਂ ਤੋਂ ਪਹਿਲਾਂ ਸ੍ਰੀ ਹਰਗੋਬਿੰਦ ਸਾਹਿਬ ਜਾਂਦੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ। ਤੇ ਰਸਤੇ ਵਿੱਚ ਜਾ ਰਹੇ ਨੇ, ਵੇਖੋ ਗੁਰੂ ਤੇ ਸਿੱਖ ਦਾ ਪਿਆਰ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਰੀ ਵਿਦਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀ ਹੈ, ਸ਼ਸਤਰ ਤੇ ਸ਼ਾਸਤਰ ਵਿਦਿਆ ਦੋਨੋਂ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀਆਂ। ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਿਕਾਰ ਵਜੋਂ ਆਪਣੇ ਤਖਤ ਤੋਂ ਉੱਠ ਕੇ ਅਗਲਵਾਂਢੀ ਆਉਂਦੇ ਨੇ, ਬਾਬਾ ਬੁੱਢਾ ਜੀ ਬਜ਼ੁਰਗ ਨੇ, ਪਾਲਕੀ ਵਿੱਚ ਸਿੱਖ ਲੈ ਕੇ ਆ ਰਹੇ ਨੇ, ਆਪਣਾ ਮੋਢਾ ਦਿੱਤਾ ਤੇ ਬਾਬਾ ਬੁੱਢਾ ਜੀ ਪਾਲਕੀ ਵਿੱਚੋਂ ਛਾਲ ਮਾਰ ਕੇ ਉਤਰ ਗਏ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ, ਬਾਬਾ ਜੀ ਮੈਂ ਤੇ ਆਪਣਾ ਪਹਿਰਾਵਾ ਹੀ ਚੇਂਜ ਕਰਕੇ ਆਇਆ ਸੀ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਮੇਰੇ ਗੁਰੂ ਜੀ। ਵੇਖੋ ਆਪਸ ਵਿੱਚ ਕਿੰਨੀ ਭਿੰਨਤਾ ਹੈ, ਕਿੰਨਾ ਪ੍ਰੇਮ ਹੈ, ਇੱਕ ਜੋਤ। ਜਦੋਂ ਬਾਬਾ ਬੁੱਢਾ ਜੀ ਹਰਗੋਬਿੰਦ ਸਾਹਿਬ ਤੋਂ ਜਾਣ ਲੱਗੇ ਨੇ, ਆਖਿਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਾਡਾ ਅੰਤਮ ਸਮਾਂ ਨੇੜੇ ਆ ਰਿਹਾ, ਅਸੀਂ ਰਮਦਾਸ ਦੀ ਧਰਤੀ ਤੇ ਚੱਲੇ ਹਾਂ। ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਬਾਰਡਰ ਹੈ। ਰਮਦਾਸ ਦੀ ਧਰਤੀ ਜਿੱਥੇ ਅੰਤਮ ਸੰਸਕਾਰ ਬਾਬਾ ਬੁੱਢਾ ਸਾਹਿਬ ਜੀ ਦਾ ਆਇਆ, ਉਸ ਧਰਤੀ ਤੇ ਪਹੁੰਚੇ ਨੇ। ਤੇ ਆਖਿਆ ਪਾਤਸ਼ਾਹ ਜਿਸ ਦਿਨ ਅਸੀਂ ਯਾਦ ਕਰੀਏ ਤੁਸੀਂ ਹਾਜ਼ਰ ਹੋਣਾ। ਤੇ ਅੰਤਮ ਸਮਾਂ ਆਇਆ, ਬਾਬਾ ਬੁੱਢਾ ਸਾਹਿਬ ਜੀ ਨੇ ਯਾਦ ਕੀਤਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਰਗੋਬਿੰਦਪੁਰੇ ਤੋਂ ਘੋੜੇ ਸਮੇਤ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਕਹਿੰਦੇ ਨੇ ਕਿ ਅਸੀਂ ਚਾਲੇ ਪਾਉਣ ਲੱਗੇ ਹਾਂ। ਅੱਜ ਉਸ ਪੁਰਖ ਨੇ ਯਾਦ ਕੀਤਾ ਤੇ ਆਪਣੇ ਗੋਦ ਦੇ ਵਿੱਚ ਬਿਠਾ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਪੜ੍ਹਿਆ ਤੇ ਆਪਣੇ ਅੰਤਮ ਸਵਾਸ ਜਾ ਕੇ ਇਹਨਾਂ ਇੱਕ ਜੋਤ ਦੋਏ ਮੂਰਤੀ ਵਾਲੀ ਅਵਸਥਾ ਬਣ ਗਈ ਸੀ। ਹਾਂ, ਗੁਰਤਾ ਗੱਦੀ ਤੇ ਨਹੀਂ ਬੈਠੇ ਸਨ, ਤਾਂ ਹੀ ਕਿ ਸਤਿਗੁਰੂ ਨੇ ਇਹ ਵਡਿਆਈ ਬਖਸ਼ਿਸ਼ ਕੀਤੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਅੱਜ ਦਾ ਬਚਨ ਮੈਂ 2 ਮਿੰਟ ਦੇ ਵਿੱਚ ਸਮਾਪਤੀ ਕਰਾਂ। ਅਸਾੜ ਤਪੰਦਾ ਤਿਸ ਲੱਗਿਆ ਹਰ ਨਾਮ ਨਾ ਜਿੰਨਾ ਪਾਸ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਪ੍ਰਿਥੀ ਚੰਦ ਦੀ ਵਿਰੋਧਤਾ ਇੰਨੀ ਵੱਧ ਜਾਂਦੀ ਹੈ, ਗੁਰਤਾ ਗੱਦੀ ਵਾਸਤੇ ਇੰਨਾ ਤਪ ਚੁੱਕਾ ਹੈ, ਮਨ ਦੇ ਅੰਦਰ ਲਾਲਚ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਦੇ ਕਈ ਮਨਸੂਬੇ। ਤਾਇਆ ਸੀ, ਤਾਏ ਨੇ ਆਪਣੇ ਭਤੀਜੇ ਨੂੰ ਮਰਵਾਉਣ ਵਾਸਤੇ, ਦਾਈ ਉਸ ਵੇਲੇ ਦਾਈਆਂ ਮਾਵਾਂ ਦੁੱਧ ਘੱਟ ਦਿੰਦੀਆਂ ਸਨ, ਬੱਚੇ ਨੂੰ ਦਾਈਆਂ ਦੁੱਧ ਪਿਆਉਂਦੀਆਂ ਸਨ। ਦਾਈ ਦੇ ਥਣਾਂ ਉੱਤੇ ਜ਼ਹਿਰ ਲਗਾ ਕੇ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ। ਦੁੱਧ ਦੇ ਵਿੱਚ, ਦੁੱਧ ਦੇ ਕਟੋਰੇ ਵਿੱਚ ਜ਼ਹਿਰ ਪਿਲਾਉਣ ਦੀ, ਸਪੇਰੇ ਕੋਲੋਂ ਸੱਪ ਲੜਾਉਣ ਦੀ, ਭਾਵ ਕਈ ਵਿਉਂਤਾਂ ਘੜ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਰਵਾਉਣ ਦੇ ਯਤਨ ਕੀਤੇ। ਪਰ ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਨੇ ਰਹਿਮਤ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਧਰਤੀ ਤੇ ਉਜਾਗਰ ਹੋਏ
ਜਿਨ੍ਹਾਂ ਨੇ ਬਾਅਦ ਵਿੱਚ ਬੈਠ ਕੇ ਵੀ ਤਲਾਕ ਕੀਤੀਆਂ। ਤਖਤ ਸ੍ਰੀ ਅਕਾਲ ਸਾਹਿਬ ਜੀ ਨੂੰ ਢਾਉਣ ਦੇ ਉਹ ਤਖਤ ਦੀ ਰਚਨਾ ਕੀਤੀ ਬਾਬਾ ਬੁੱਢਾ ਸਾਹਿਬ ਭਾਈ ਬਾਬਾ ਚਾਰ ਬੜੀਆਂ ਸਾਖੀਆਂ ਨੇ। ਫਿਰ ਸਮਾਂ ਮਿਲੇਗਾ ਸਾਖੀ ਕਿਉਂ ਕੀਰਤਨ ਕਰਨਾ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਸਤਿਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਉਹ ਸੂਰਮਤਾਈ, ਉਹ ਪਰਉਪਕਾਰ, ਉਹ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਚਾਅ ਪੈਦਾ ਹੋ ਜਾਵੇ ਜੋ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਸਾਡੀ ਝੋਲੀ ਵਿੱਚ ਪਾਇਆ। ਸਾਰੀਆਂ ਸੰਗਤਾਂ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖੇ। ਇਹੀ ਅਰਦਾਸ ਕਰਿਆ ਕਰੋ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਅੰਤ ਸਾਰੀ ਸੰਗਤ ਝੁਕਾਓ ਸੀਸ, ਗੁਰ ਫਤਿਹ ਦੇ ਨਾਲ ਸਾਂਝ ਬਣਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।